ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਗੁਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ। ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਗੁਰ ਪੂਰਾ ਹਰ ਨਾਮ ਦ੍ਰਿੜਾਇਆ। ਬਿਨ ਨਾਵੈ ਜੀਵਨ ਬਿਰਥਾ ਰਹਾਉ। ਬਿਨ ਗੁਰ ਮੂੜ ਭਏ ਹੈ ਮਨ ਮੁਖ। ਤੇ ਮੋਹ ਮਾਇਆ ਨਿਤ ਫਾਥਾ। ਤਿਨ ਸਾਧੂ ਚਰਨ ਨ ਸੇਵੇ ਕਬਹੂ। ਤਿਨ ਸਭ ਜਨਮ ਅਕਾਥਾ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਤਿਨ ਸਫਲਿਓ ਜਨਮ ਸਨਾਥਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ। ਹਰ ਦਇਆ ਧਾਰ ਜਗਨਨਾਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਕਿਉ ਚਾਲਹਿ ਮਾਰਗ ਪੰਥਾ। ਹਮ ਅੰਧੁਲੇ ਕਉ ਗੁਰ ਅੰਚਲ ਦੀਜੈ। ਜਨ ਨਾਨਕ ਚਲਹਿ ਮਿਲੰਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਪ ਤੰਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ
ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਵਿੱਚ ਪੀਟੀਸੀ ਦੇ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਪਾਵਨ ਸ੍ਰੀ ਮੁਖਵਾਕ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਜਦੋਂ ਸਤਿਗੁਰੂ ਰਾਮਦਾਸ ਜੀ ਸੰਗਤ ਜੀ ਅੰਮ੍ਰਿਤਸਰ ਸ਼ਹਿਰ ਵਸਾ ਰਹੇ ਸੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਉਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਮਨ ਵਿੱਚ ਹਰੀ ਪ੍ਰਭੂ ਦਾ ਨਾਮ ਕਿਵੇਂ ਟਿਕਿਆ ਹੈ? ਤਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਪਾਵਨ ਹੁਕਮਨਾਮੇ ਵਿੱਚ ਸੰਗਤ ਜੀ ਉਹਨਾਂ ਗੁਰਸਿੱਖਾਂ ਨੂੰ ਦਰਸਾ ਰਹੇ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸੋਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੀ। ਸੰਗਤ ਜੀ ਰਾਗ ਜੈਤਸਰੀ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਤੇ ਸੁਭਾਇਮਾਨ ਹੈ ਔਰ ਪਹਿਲੇ ਘਰ ਸੁਰਤਾਲ ਵਿੱਚ ਸਤਿਗੁਰੂ ਜੀ ਨੇ ਇਹ ਪਾਵਨ ਸ਼ਬਦ ਦਾ ਉਚਾਰਨ ਕੀਤਾ ਹੈ। ਇਸ ਸ਼ਬਦ ਦੇ 4 ਪਦੇ ਨੇ, 4 ਬੰਦ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤ ਚੇਤਨ ਆਨੰਦ ਸਰੂਪ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਸਿੱਖੋ, ਮੇਰੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸ ਗਿਆ ਹੈ, ਟਿਕ ਗਿਆ ਹੈ। ਗੁਰ ਹਾਥ ਧਰਿਓ ਮੇਰਾ ਮਾਥਾ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਹਿਰਦੇ ਵਿੱਚ ਇਹ ਨਾਮ ਰੂਪੀ ਰਤਨ ਕਿਵੇਂ ਟਿਕਿਆ ਹੈ, ਕਿਵੇਂ ਵਸਿਆ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਮਾਤਾ ਮੇਰੇ ਮੱਥੇ ਤੇ
ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ। ਤਾਂ ਭਾਈ ਇਹ ਅਮੋਲਕ ਰਤਨਾ ਵਰਗਾ ਜਿਹੜਾ ਨਾਮ ਹੈ ਇਹ ਮੇਰੇ ਹਿਰਦੇ ਵਿੱਚ ਵਸ ਗਿਆ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਸੱਚੇ ਪਾਤਸ਼ਾਹ ਜੀ ਨਾਮ ਜਦੋਂ ਹਿਰਦੇ ਵਿੱਚ ਟਿਕ ਜਾਵੇ ਤੇ ਮਹਾਰਾਜ ਫਿਰ ਇਹਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਕਹਿੰਦੇ ਨੇ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ। ਹਜ਼ੂਰ ਕਹਿੰਦੇ ਨੇ ਭਾਈ ਜਦੋਂ ਨਾਮ ਹਿਰਦੇ ਵਿੱਚ ਟਿਕ ਜਾਵੇ ਵਸ ਜਾਵੇ ਤੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਜਿਹੜੇ ਬੱਜਰ ਪਾਪ ਨੇ ਅਤੇ 4 ਪ੍ਰਕਾਰ ਦੇ ਦੁੱਖ 4 ਪ੍ਰਕਾਰ ਦੇ ਬੱਜਰ ਪਾਪ ਇਹ ਸਾਰੇ ਲਹਿ ਜਾਂਦੇ ਨੇ। ਗੁਰ ਨਾਮ ਦਿਓ ਰਿਨ ਲਾਥਾ। ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਮੈਨੂੰ ਅਮੋਲਕ ਨਾਮ ਦੀ ਦਾਤ ਦਿੱਤੀ ਜਿਸ ਕਰਕੇ ਮੇਰਾ ਪਰਤਕ ਰਿਣ ਕਰਜ਼ਾ ਜਿਹੜਾ ਸੀ ਉਹ ਲੱਥ ਗਿਆ। ਅਥਵਾ ਪਾਪਾਂ ਦਾ ਅਥਵਾ ਜਿਹੜਾ 4 ਪ੍ਰਕਾਰ ਦਾ ਦੰਡ ਹੈ ਲੋਕ ਦੰਡ ਪਿਤਰ ਦੰਡ ਦੇਵ ਦੰਡ ਰਾਜ ਦੰਡ ਇਹ 4 ਪ੍ਰਕਾਰ ਦਾ ਜਿਹੜਾ ਦੰਡ ਸੀ ਇਹ ਜਿਹੜਾ ਕਰਜ਼ਾ ਸੀ ਰਿਣ ਸੀ ਇਹ ਵੀ ਜਦੋਂ ਗੁਰੂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਤਾਂ ਭਾਈ ਇਹ ਰਿਣ ਜਿਹੜਾ ਸੀ ਕਰਜ਼ਾ ਸੀ ਲੱਥ ਗਿਆ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਸੱਚੇ ਪਾਤਸ਼ਾਹ ਜੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਇਹ ਮੇਰੇ ਮਨਾ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ ਕਰ। ਪੁੱਛਿਆ ਮਹਾਰਾਜ ਪਰਮੇਸ਼ਰ ਦੇ ਨਾਮ ਦਾ ਭਜਨ ਕੀਤਿਆਂ ਪ੍ਰਾਪਤ ਕੀ ਹੋਵੇਗਾ? ਤਾਂ ਸਤਿਗੁਰੂ ਜੀ ਕਹਿੰਦੇ ਨੇ ਸਭ ਅਰਥਾ। ਫਿਰ ਭਾਈ ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋਣਗੇ। ਧਰਮ ਅਰਥ ਕਾਮ ਮੋਖ ਇਤਿਆਦਿਕ ਨਾਮ ਪਦਾਰਥ ਗਿਆਨ ਪਦਾਰਥ ਪ੍ਰੇਮ ਪਦਾਰਥ ਇਹ ਸਾਰੇ ਜਿਹੜੇ ਪਦਾਰਥ ਨੇ ਇਹ ਤੈਨੂੰ ਪ੍ਰਾਪਤ ਹੋਣਗੇ ਵਾਹਿਗੁਰੂ ਦਾ ਸਿਮਰਨ ਕੀਤਿਆਂ। ਜਦੋਂ ਤੂੰ ਸਿਮਰਨ ਕਰੇਗਾ ਉਦੋਂ ਦੁਨਿਆਵੀ ਸਾਰੇ ਪਦਾਰਥ ਵੀ ਤੈਨੂੰ ਪ੍ਰਾਪਤ ਹੋ ਜਾਣਗੇ। ਗੁਰ ਪੂਰਾ ਹਰ ਨਾਮ ਦ੍ਰਿੜਾਇਆ। ਪੂਰੇ ਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿੱਤਾ ਪੱਕਾ ਕਰਵਾ ਦਿੱਤਾ। ਬਿਨ ਨਾਵੈ ਜੀਵਨ ਬਿਰਥਾ। ਹਜ਼ੂਰ ਕਹਿੰਦੇ ਭਾਈ ਨਾਮ ਤੋਂ ਬਗੈਰ ਇਹ ਜੀਵਨ ਬਿਰਤਾ ਬੇਕਾਰ ਹੈ। ਇਹ ਜੀਵਨ ਦਾ ਕੋਈ ਲਾਭ ਨਹੀਂ। ਜੇ ਜੀਵਨ ਵਿੱਚ ਨਾਮ ਦੀ ਪ੍ਰਾਪਤੀ ਹੋ ਜਾਵੇ ਜੀਵਨ ਵਿੱਚ ਨਾਮ ਦ੍ਰਿੜ ਹੋ ਜਾਵੇ ਨਾਮ ਪਰਪੱਕ ਹੋ ਜਾਵੇ ਊਟਤ ਬੈਠਤ ਸੋਵਤ ਜਾਗਤ ਗੁਰ ਮੰਤਰ ਹਿਰਦੇ ਚਿਤਾਰ ਵਾਲੀ ਅਵਸਥਾ ਬਣ ਜਾਵੇ ਤਾਂ ਹੀ ਭਾਈ ਇਹ ਜੀਵਨ ਜਿਹੜਾ ਨਾ ਉਹ ਸਫਲਾ ਹੈ। ਤੇ ਜੇ ਜੀਵਨ ਵਿੱਚ ਨਾਮ ਦੀ ਪ੍ਰਾਪਤੀ ਨਹੀਂ ਹੋਈ ਤੇ ਸਤਿਗੁਰੂ ਜੀ ਕਹਿੰਦੇ ਇਹ ਜੀਵਨ ਬਿਰਥਾ ਬੇਕਾਰ ਹੈ ਕਿਸੇ ਅਰਥ ਨਹੀਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਬਿਨ ਗੁਰ ਮੂੜ ਭਏ ਹੈ ਮਨ ਮੁਖ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਨੇ ਜਿਹੜੇ ਮਨ ਦੀ ਗੱਲ ਮੰਨਦੇ ਨੇ
ਤੇ ਮਨ ਦੀ ਵਿਚਾਰਧਾਰਾ ਤੇ ਚੱਲਦੇ ਨੇ, ਉਹ ਗੁਰੂ ਤੋਂ ਬਗੈਰ ਮੂੜ ਮੂਰਖ ਹੋਏ ਹਨ। ਭਾਵ ਉਹ ਗੁਰੂ ਤੋਂ ਬਗੈਰ ਮੂਰਖ ਹੋ ਰਹੇ ਨੇ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਅਸੰਖ ਮੂਰਖ ਅੰਧ ਘੋਰ। ਅਣਗਿਣਤ ਹੀ ਐਸੇ ਮੂਰਖ ਨੇ ਜਿਹੜੇ ਗੁਰੂ ਤੋਂ ਬਗੈਰ ਨੇ, ਜਿਨ੍ਹਾਂ ਨੇ ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ ਤੇ ਗੁਰੂ ਦੀ ਮੱਤ ਛੱਡ ਕਰਕੇ ਸੰਗਤ ਜੀ ਉਹ ਮਨ ਦੇ ਪਿੱਛੇ ਤੁਰ ਰਹੇ ਨੇ, ਮਨ ਦੀਆਂ ਗੱਲਾਂ ਦੇ ਉੱਤੇ ਅਸਰ ਕਰਦੇ ਨੇ, ਜੋ ਮਨ ਕਹਿੰਦਾ ਉਹੀ ਕਰੀ ਜਾਂਦੇ ਨੇ, ਪਰ ਗੁਰੂ ਦੀ ਮੱਤ ਧਾਰਨ ਨਹੀਂ ਕਰਦੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ ਉਹ ਮਨ ਦੇ ਪਿੱਛੇ ਚੱਲਣ ਵਾਲੇ, ਸੋ ਗੁਰੂ ਤੋਂ ਬਗੈਰ ਮੂਰਖ ਹੋ ਰਹੇ ਹਨ। ਤੇ ਮੋਹ ਮਾਇਆ ਨਿਤ ਫਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹ ਮਨਮੁਖ ਮੂਰਖ ਨਿਤਾ ਪ੍ਰਤ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਸੰਗਤ ਜੀ, ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ ਹੈ, ਮਾਇਆ ਵਿਆਪਤ ਬਹੁ ਪ੍ਰਕਾਰੀ। ਮਾਇਆ ਕਈ ਤਰੀਕਿਆਂ ਨਾਲ ਵਿਆਪਦੀ ਹੈ। ਕੇਵਲ ਆ ਜਿਹੜੀ ਕਾਗਜ਼ਾਂ ਦੀ ਮਾਇਆ, ਇਹੀ ਮਾਇਆ ਨਹੀਂ ਗੀ। ਸੰਗਤ ਜੀ, ਦੁਨੀਆ ਦੀ ਦੌਲਤ ਵੀ ਇੱਕ ਮਾਇਆ ਹੈ, ਧੀਆਂ ਪੁੱਤਰ ਵੀ ਮਾਇਆ ਹਨ, ਸਾਗ ਸੰਬੰਧੀ ਵੀ ਮਾਇਆ ਦੇ ਵਿੱਚ ਆਉਂਦੇ ਨੇ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਧਾਰਨ ਨਹੀਂ ਕੀਤਾ, ਮਨ ਦੀ ਵਿਚਾਰਧਾਰਾ ਦੇ ਪਿੱਛੇ ਚੱਲਦੇ ਨੇ, ਉਹ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ। ਤੇਨਾ ਸਾਧੂ ਚਰਨ ਨਾ ਸੇਵੇ ਕਬਹੂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜੇ ਨਿਤਾ ਪ੍ਰਤੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ ਭਾਈ, ਉਹਨਾਂ ਨੇ ਕਦੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਸੇਵਾ ਨਹੀਂ ਕੀਤੀ। ਸੰਗਤ ਜੀ, ਉਹਨਾਂ ਨੇ ਕਦੇ ਵੀ ਗੁਰੂ ਦੇ ਪਾਵਨ ਸ਼ਬਦ ਦਾ ਅਭਿਆਸ ਨਹੀਂ ਕੀਤਾ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਗੁਰ ਕਾ ਸ਼ਬਦ ਗੁਰ ਮੂਰਤ ਹੈ, ਸਾਧ ਸੰਗ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ ਤੇ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਮਾਇਆ ਦੇ ਮੋਹ ਵਿੱਚ ਫਸੇ ਹੋਏ ਨੇ, ਉਹਨਾਂ ਨੇ ਕਦੇ ਵੀ ਗੁਰੂ ਦੇ ਚਰਨਾਂ ਨੂੰ ਸੇਵੜਾ ਨਹੀਂ ਕੀਤਾ। ਤੇਨਾ ਸਭ ਜਨਮ ਅਕਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਉਹਨਾਂ ਦਾ ਸਾਰਾ ਜਨਮ ਹੀ, ਸਾਰੀ ਜ਼ਿੰਦਗੀ ਅਕਾਰਤ ਹੀ ਗਈ ਹੈ, ਵਿਅਰਥ ਹੀ ਗਈ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ। ਜਿਨ੍ਹਾਂ ਗੁਰਮੁਖਾਂ ਨੇ, ਗੁਰੂ ਪਿਆਰਿਆਂ ਨੇ ਸੰਗਤ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ, ਅਥਵਾ ਸੋ ਇਸੇ ਤਰ੍ਹਾਂ ਹੀ ਸਾਧ ਪਗ ਸੇਵੇ, ਜਿਨ੍ਹਾਂ ਨੇ ਸ੍ਰੇਸ਼ਟ ਸਾਧੂ ਜੜਾਂ ਦੇ ਚਰਨਾਂ ਦੀ ਸੇਵਾ ਕੀਤੀ। ਵੈਸੇ ਇਹਦਾ ਅਰਥ ਵਿਦਵਾਨਾਂ ਨੇ ਇਉਂ ਵੀ ਕੀਤਾ ਹੈ, ਸਾਧ ਦਾ ਅਰਥ ਹੈ ਸ੍ਰੇਸ਼ਟ, ਸਾਧੂ ਦਾ ਅਰਥ ਹੈ ਗੁਰੂ। ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਸ੍ਰੇਸ਼ਟ ਗੁਰੂ ਦੇ ਪਾਵਨ ਚਰਨਾਂ ਦੀ ਸੇਵਾ ਕੀਤੀ।
ਤਿਨਾ ਸਫਲਿਓ ਜਨਮ ਸਨਾਥਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਜਨਮ ਜਿਹੜਾ ਨਾ ਉਹ ਸਫਲਾ ਹੈ ਤੇ ਉਹ ਸਨਾਤਾ ਮਾਲਕ ਵਾਲੇ ਬਣ ਗਏ, ਗੁਰੂ ਵਾਲੇ ਬਣ ਗਏ। ਇਸੇ ਕਰਕੇ ਹੀ ਸੰਗਤ ਜੀ ਸਤਿਗੁਰਾਂ ਨੇ ਸਾਨੂੰ ਵਾਰ-ਵਾਰ ਉਪਦੇਸ਼ ਦਿੱਤਾ ਹੈ ਕਿ ਗੁਰੂ ਤੋਂ ਬਗੈਰ ਮਨੁੱਖ ਦੇ ਅੰਦਰ ਬਹੁਤ ਗਾੜਾ ਅੰਧੇਰਾ ਹੈ। ਜਿੰਨਾ ਚਿਰ ਜੀਵ ਗੁਰੂ ਧਾਰਨ ਕਰਕੇ ਗੁਰੂ ਸ਼ਬਦ ਦਾ ਅਭਿਆਸ ਨਹੀਂ ਕਰਦਾ, ਉਹਨਾਂ ਚਿਰ ਉਹ ਅਗਿਆਨਤਾ ਦਾ ਹਨੇਰਾ ਦੂਰ ਨਹੀਂ ਹੁੰਦਾ। ਤੇ ਹਜੂਰ ਕਹਿੰਦੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜਨਾ ਕੀਤਾ, ਉਹ ਸਨਾਤ ਹੋ ਗਏ, ਮਾਲਕ ਵਾਲੇ ਬਣ ਗਏ ਹਨ। ਤੇ ਜਦੋਂ ਮਾਲਕ ਵਾਲੇ ਬਣ ਕੇ ਉਹ ਸ੍ਰੇਸ਼ਟ ਗੁਰੂ ਦੇ ਚਰਨਾਂ ਦੀ ਸੇਵਾ ਕਰਦੇ ਨੇ ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਭਾਈ ਉਹਨਾਂ ਦਾ ਸਾਰਾ ਜੀਵਨ ਜਿਹੜਾ ਨਾ ਉਹ ਸਫਲ ਹੋ ਜਾਂਦਾ। ਮੋਕਉ ਕੀਜੈ ਦਾਸ ਦਾਸ ਦਾਸਨ ਕੋ। ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਸਤਿਗੁਰੂ ਕਿਰਪਾ ਕਰੋ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਵੋ। ਭਾਵ ਜਿਹੜੇ ਤੁਹਾਡੇ ਦਾਸਾ ਭਾਵ ਧਾਰਨ ਕਰਕੇ ਨਿਮਰਤਾ ਸਹਿਤ ਸੇਵਾ ਕਰਦੇ ਨੇ, ਅੱਗੇ ਜਿਹੜੇ ਉਹਨਾਂ ਦੇ ਦਾਸ ਨੇ ਉਹਨਾਂ ਦਾ ਦਾਸ ਮੈਨੂੰ ਬਣਾ ਲਵੋ। ਹਰ ਦਇਆ ਧਾਰ ਜਗਨਨਾਥਾ। ਇਹ ਜਗਨਨਾਥਾ, ਜਗਤ ਦੇ ਦਾਤਾ ਮਾਲਕ ਵਾਹਿਗੁਰੂ ਪਰਮੇਸ਼ਰ ਜੀ, ਸਾਡੇ ਉੱਤੇ ਇਹ ਦਇਆ ਕਰੋ, ਸਾਡੇ ਤੇ ਮਿਹਰ ਕਰੋ ਮਹਾਰਾਜ, ਮੈਨੂੰ ਆਪਣੇ ਦਾਸਾਂ ਦੇ ਦਾਸ ਦਾ ਦਾਸ ਬਣਾਉਣਾ ਕਰੋ। ਹਮ ਅੰਧੁਲੇ ਗਿਆਨਹੀਨ ਅਗਿਆਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਜੀ ਅਸੀਂ ਤਮਾਮ ਜੀਵ ਅਗਿਆਨਤਾ ਕਰਕੇ ਅੰਧਲੇ ਹਾਂ, ਗਿਆਨ ਤੋਂ ਹੀਣੇ ਹਾਂ, ਗਿਆਨ ਤੋਂ ਖਾਲੀ ਹਾਂ, ਅਗਿਆਨੀ ਆ ਜੀ। ਕਿਉ ਚਾਲਹ ਮਾਰਗ ਪੰਥਾ। ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਮਾਰਗ ਤੇ ਆਪ ਜੀ ਦੇ ਪੰਥ ਨਾਲ ਮਿਲ ਕਰਕੇ ਕਿਵੇਂ ਚੱਲੀਏ, ਕਿਉਂਕਿ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ, ਗਿਆਨ ਤੋਂ ਖਾਲੀ ਹਾਂ। ਤੇ ਮਹਾਰਾਜ ਅਗਿਆਨੀ ਹੋਣ ਕਰਕੇ ਅਸੀਂ ਆਪ ਜੀ ਦੇ ਚਲਾਏ ਹੋਏ ਮਾਰਗ ਤੇ ਆਪ ਜੀ ਦੇ ਪੰਥ ਨਾਲ ਮਿਲ ਕਰਕੇ ਕਿਵੇਂ ਚੱਲ ਸਕਦੇ ਹਾਂ। ਹਮ ਅੰਧਲੇ ਅੰਧ ਬਿਕੈ ਬਿਕਰਾਤੇ, ਕਿਉਂ ਚਾਲਾ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ। ਹਰ ਹਰ ਕਥਾ ਨਿਰਾਲੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਵਿਸ਼ਿਆਂ ਵਿਕਾਰਾਂ ਕਰਕੇ ਅਗਿਆਨਤਾ ਕਰਕੇ ਅੰਨੇ ਹਾਂ ਮਹਾਰਾਜ। ਆਪ ਜੀ ਦੇ ਮਾਰਗ ਤੇ ਆਪ ਜੀ ਦੀ ਚਲਾਈ ਹੋਈ ਮਰਜ਼ਾਦਾ ਅਨੁਸਾਰ ਆਪ ਜੀ ਦੇ ਪੰਥਾ
ਰਸਤੇ ਦੇ ਉੱਤੇ ਕਿਵੇਂ ਚੱਲੀਏ ਜੀ। ਹਮ ਅੰਦੁਲੇ ਕੋ ਗੁਰ ਅੰਚਲ ਦੀਜੈ। ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰੋ ਸਾਨੂੰ ਅੰਧਲੇ ਅਗਿਆਨੀਆਂ ਨੂੰ, ਹੇ ਸਤਿਗੁਰੂ ਜੀ ਕਿਰਪਾ ਕਰਕੇ ਆਪਣਾ ਪੱਲਾ ਦੇਣਾ ਕਰੋ, ਨਾਮ ਦਾ ਪੱਲਾ ਫੜਾਉਣਾ ਕਰੋ। ਸੱਚੇ ਪਾਤਸ਼ਾਹ ਜੀ ਸਤ ਸੰਗਤ ਦਾ ਪੱਲਾ ਬਖਸ਼ਿਸ਼ ਕਰੋ, ਆਪਣੇ ਪਿਆਰਿਆਂ ਦਾ ਪੱਲਾ ਦੇ ਦਿਓ ਤਾਂ ਕਿ ਸਾਨੂੰ ਆਪ ਜੀ ਦੇ ਪੱਲੇ ਦਾ ਸਹਾਰਾ ਮਿਲੇ। ਹਮ ਅੰਧਲੇ ਕਉ ਗੁਰ ਅੰਚਲ ਦੀਜੇ। ਸਾਨੂੰ ਅੰਨਿਆਂ ਨੂੰ ਗੁਰੂ ਪਾਤਸ਼ਾਹ ਜੀ ਆਪਣਾ ਅੰਚਲ ਪੱਲਾ ਦੇਣਾ ਕਰੋ। ਜਨ ਨਾਨਕ ਚਲਹਿ ਮਿਲੰਥਾ। ਹਜੂਰ ਕਹਿੰਦੇ ਨੇ ਫਿਰ ਭਾਈ ਅਸੀਂ ਮਿਲ ਕਰਕੇ ਗੁਰੂ ਦੇ ਮਾਰਗ ਤੇ, ਗੁਰੂ ਦੇ ਚਲਾਏ ਹੋਏ ਪੰਥ ਤੇ ਔਰ ਗੁਰੂ ਕੀ ਮਰਜ਼ਾਦਾ ਅਨੁਸਾਰ ਚੱਲ ਸਕਦੇ ਹਾਂ। ਇਹ ਸਤਿਗੁਰਾਂ ਨੇ ਪਾਵਨ ਹੁਕਮਨਾਮੇ ਦੀ ਵਿਚਾਰ ਅੱਜ ਆਪਾਂ ਨੂੰ ਸਮੁੱਚੀ ਲੋਕਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤੀ। ਸੱਚੇ ਪਾਤਸ਼ਾਹ ਰਹਿਮਤ ਕਰਨ। ਆਪਾਂ ਵੀ ਬੇਨਤੀ ਕਰਿਆ ਕਰੀਏ, ਮਹਾਰਾਜ ਕਿਰਪਾ ਕਰੋ। ਅਸੀਂ ਅਗਿਆਨਤਾ ਕਰਕੇ ਅੰਨੇ ਹਾਂ, ਵਿਸ਼ਿਆ ਵਿਕਾਰਾਂ ਦੇ ਵਿੱਚ ਰਤੇ ਹੋਏ ਆ। ਮਹਾਰਾਜ ਸਤਿਗੁਰੂ ਆਪ ਕਿਰਪਾ ਕਰਕੇ ਸਾਨੂੰ ਆਪਣੇ ਪੱਲੇ ਲਾਉਣਾ ਕਰੋ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਮਹਾਰਾਜ ਸਾਨੂੰ ਆਪਣੇ ਪੱਲੇ ਲਾ ਲਵੋ ਤਾਂ ਕਿ ਅਸੀਂ ਅੰਨੇ ਆਪ ਜੀ ਦੇ ਪੱਲੇ ਦੇ ਆਸਰੇ, ਆਪ ਜੀ ਦੇ ਚਲਾਏ ਹੋਏ ਮਾਰਗ ਤੇ, ਆਪ ਜੀ ਦੇ ਤੋਰੇ ਹੋਏ ਪੰਥ ਅਨੁਸਾਰ ਚੱਲ ਸਕੀਏ। ਸੰਗਤ ਜੀ ਅੱਜ 1955 ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਇਹ ਪਹਿਲੀ ਵਾਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ। ਪਰਸੋਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਅੱਜ 9:30 ਵਜੇ ਦੇ ਕਰੀਬ ਭੋਗ ਪੈਣੇ ਨੇ। ਉਪਰੰਤ ਦੀਵਾਨ ਸਜੇਗਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਵਿੱਚ ਪੈਰ ਪਸਾਰੇ ਤੇ ਹਿੰਦੁਸਤਾਨ ਵਿੱਚ ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ। ਉਹਨਾਂ ਗੋਰਿਆਂ ਨੂੰ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਸਿੱਖ ਕੌਮ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੱਖਾਂ ਨੇ ਵੱਧ ਕੁਰਬਾਨੀਆਂ ਦਿੱਤੀਆਂ। ਸੰਗਤ ਜੀ, ਜਦੋਂ ਗੋਰੇ ਹਿੰਦੁਸਤਾਨ ਛੱਡਣ ਲੱਗੇ ਤਾਂ ਉਹਨਾਂ ਨੇ ਉਸ ਵੇਲੇ ਦੇ ਲੀਡਰਾਂ ਨੂੰ, ਜਿਹੜੇ ਸਿੱਖਾਂ ਦੇ ਲੀਡਰ ਸਨ, ਉਹਨਾਂ ਨੂੰ ਕਿਹਾ ਸੀ ਕਿ ਜਿਵੇਂ
ਮੁਸਲਮਾਨਾਂ ਨੇ ਆਪਣਾ ਵੱਖਰਾ ਦੇਸ਼, ਆਪਣਾ ਵੱਖਰਾ ਘਰ ਲੈ ਲਿਆ ਹੈ ਪਾਕਿਸਤਾਨ, ਤੇ ਤੁਸੀਂ ਵੀ ਆਪਣਾ ਵੱਖਰਾ ਘਰ ਲੈ ਲਵੋ, ਤੁਸੀਂ ਆਪਣਾ ਵੱਖਰਾ ਦੇਸ਼ ਲੈ ਲਵੋ। ਪਰ ਵਿਦਵਾਨ ਕਹਿੰਦੇ ਨੇ, ਪੰਡਿਤ ਜਵਾਹਰ ਲਾਲ ਨਹਿਰੂ ਨੇ ਇਹਨਾਂ ਲੀਡਰਾਂ ਨੂੰ ਐਸੀ ਪੱਟੀ ਪੜ੍ਹਾਈ ਸੀ, ਇਹ ਕਹਿਣ ਲੱਗੇ ਜੀ ਨਹੀਂ ਅਸੀਂ ਤਾਂ हिंदुस्तान के साथ ही रहांगे। आखिरकार हिंदुस्तान आज़ाद होया 1947 की वंड हुई। हिंदुस्तान का पहला प्रधानमंत्री पंडित जवाहर लाल नेहरू बनिया। ਉਹਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸਾਡੇ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਕੋਈ ਸਿੱਖ ਪੰਡਿਤ ਜਵਾਹਰ ਲਾਲ ਨਹਿਰੂ ਦੇ ਕੋਲ ਗਏ। ਇਹਨਾਂ ਨੇ ਜਾ ਕੇ ਕਿਹਾ, ਪੰਡਿਤ ਜੀ ਜਿਹੜੇ ਆਜ਼ਾਦੀ ਵੇਲੇ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਹੁਣ ਪੂਰੇ ਕਰੋ। ਪੰਡਿਤ ਜਵਾਹਰ ਲਾਲ ਨਹਿਰੂ ਕਹਿਣ ਲੱਗਾ, ਉਹ ਸਮਾਂ ਉਦੋਂ ਹੀ ਸੀ, ਹੁਣ ਤੁਸੀਂ ਮੇਰੇ ਤੋਂ ਕੀ ਭਾਲਦੇ ਹੋ। ਇਹ ਸਿੱਖ ਲੀਡਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਗਤ ਜੀ ਮਾਸਟਰ ਤਾਰਾ ਸਿੰਘ ਜੀ ਸੀ ਸਨ, ਇਹ ਵਾਪਸ ਪਰਤ ਆਏ। ਇਹਨਾਂ ਨੇ ਵਿਚਾਰ ਬਣਾਈ ਕਿ ਪੰਡਤ ਦਾ ਹਰ ਥਾਂ ਤੇ ਵਿਰੋਧ ਕੀਤਾ ਜਾਵੇ। 27 ਦਸੰਬਰ 1953 ਨੂੰ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਸੀ ਤੇ ਇਸ ਸ਼ਹੀਦੀ ਜੋੜ ਮੇਲੇ ਤੇ ਕਾਂਗਰਸ ਨੇ ਬਹੁਤ ਵੱਡੀ ਕਾਨਫਰੰਸ ਰੱਖੀ ਸੀ। ਇਸ ਕਾਨਫਰੰਸ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਵੀ ਬੋਲਣਾ ਸੀ। ਜਦੋਂ ਫਤਿਹਗੜ੍ਹ ਦੀ ਧਰਤੀ ਤੇ ਪਹੁੰਚਿਆ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇਹਨਾਂ ਦੀ ਸਹਿਯੋਗੀ ਪਾਰਟੀਆਂ ਨੇ ਤੇ ਸਿੱਖਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਦਾ ਵਿਰੋਧ ਕੀਤਾ ਤੇ ਪੰਡਿਤ ਨੂੰ ਉਹ ਕਾਨਫਰੰਸ ਵਿੱਚ ਹੀ ਛੱਡ ਕੇ ਭੱਜਣਾ ਪਿਆ। ਪਰ ਉਹਦੇ ਮਨ ਵਿੱਚ ਰੰਜਿਸ਼ ਸੀ ਕਿ ਮੈਨੂੰ ਸਿੱਖਾਂ ਨੇ ਬੋਲਣ ਨਹੀਂ ਦਿੱਤਾ। ਉਸ ਤੋਂ ਉਪਰੰਤ ਸ਼੍ਰੋਮਣੀ ਅਕਾਲੀ ਦਲ ਨੇ ਵਿਚਾਰ ਬਣਾਈ ਕਿ ਪੰਜਾਬੀ ਸੂਬਾ ਜਿਹੜਾ ਉਹ ਪ੍ਰਾਪਤ ਕੀਤਾ ਜਾਵੇ। ਤੇ ਸੰਗਤ ਜੀ 6 ਅਪ੍ਰੈਲ 1955 ਨੂੰ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਪਾਬੰਦੀ ਲਾ ਦਿੱਤੀ ਕਿ ਕੋਈ ਵੀ ਪੰਜਾਬੀ ਸੂਬੇ ਦਾ ਨਾਂ ਨਹੀਂ ਲੈ ਸਕਦਾ। ਇਹ ਪਾਬੰਦੀ ਲਾ ਦਿੱਤੀ ਗਈ ਔਰ 10 ਮਈ 1955 ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਇਹਨਾਂ ਦੀਆਂ ਸਹਿਯੋਗੀ ਪਾਰਟੀਆਂ ਨੇ ਸ਼ਾਂਤਮਈ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ ਜਿਹਨੂੰ ਆਪਾਂ ਕਹਿੰਦੇ ਹਾਂ,
ਇਹ ਸ਼ਾਂਤਮਈ ਮੋਰਚਾ ਆਰੰਭ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਂਝੇ ਵਿਹੜੇ ਵਿੱਚ ਬੇਅੰਤ ਸਿੱਖ ਬੀਬੀਆਂ ਬੱਚੇ ਜਿਹੜੇ ਸੀ ਉਹ ਇਸ ਸ਼ਾਂਤਮਈ ਮੋਰਚੇ ਵਿੱਚ ਸ਼ਾਮਲ ਹੋਏ। ਔਰ ਸੰਗਤ ਜੀ ਉਸ ਵੇਲੇ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਔਰ ਅੰਮ੍ਰਿਤਸਰ ਦੇ ਅਸ਼ਵਨੀ ਕੁਮਾਰ ਮਹਾਛਾ ਜਿਹੜਾ ਸੀ ਨਾ, ਇਹ ਉਦੋਂ ਪੁਲਿਸ ਦਾ ਮੁਖੀ ਸੀ, ਇਹਨੂੰ ਕਹਿ ਕਰਕੇ ਦਰਬਾਰ ਸਾਹਿਬ ਜੀ ਤੇ ਹਮਲਾ ਕਰਵਾਇਆ। ਅਸ਼ਵਨੀ ਕੁਮਾਰ ਮਹਾਛਾ ਜਿਹੜਾ ਸੀ ਇਹ 3 ਜੁਲਾਈ ਦੀ ਰਾਤ ਨੂੰ ਜਿਹੜੇ ਪ੍ਰਮੁੱਖ ਆਗੂ ਸਨ ਉਹਨਾਂ ਨੂੰ ਪਹਿਲਾਂ ਇਹਨਾਂ ਨੇ ਗ੍ਰਿਫਤਾਰ ਕੀਤਾ, ਜਿਨ੍ਹਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਤੋਂ ਬਾਅਦ ਜੇ ਗ੍ਰਿਫਤਾਰੀ ਹੋਈ ਹੈ ਤੇ ਉਹ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਦੀ ਹੋਈ ਹੈ। 12:30 ਵਜੇ ਰਾਤ ਨੂੰ ਥਾਣੇਦਾਰ ਲਾਓ ਲਸ਼ਕਰ ਲੈ ਕੇ ਸਿੰਘ ਸਾਹਿਬ ਜੀ ਦੇ ਮਕਾਨ ਤੇ ਪੁੱਜਦਾ ਹੈ। ਸਿੰਘ ਸਾਹਿਬ ਜੀ ਨੇ ਪੁੱਛਿਆ ਵੀ ਮੇਰੇ ਵਾਰੰਟ ਬਕਾਓ ਪਹਿਲਾਂ, ਤੇ ਉਹ ਥਾਣੇਦਾਰ ਨੇ ਕਿਹਾ ਸੀ ਮੈਂ ਹੀ ਵਾਰੰਟ ਹਾਂ। ਸੰਗਤ ਜੀ ਇਹ ਪੁਲਿਸ ਜਿਹੜੀ ਹੈ ਨਾ ਅੱਜ ਹੀ ਨਹੀਂ, ਇਹ ਧੁਰ ਤੋਂ ਹੀ ਜ਼ਿਆਦਤੀਆਂ ਕਰਦੀ ਆਈ ਹੈ। ਸਰਦਾਰ ਗੁਰਦਿਆਲ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਸਨ। ਸਰਦਾਰ ਤੇਜਾ ਸਿੰਘ ਜੀ, ਸਰਦਾਰ ਹਰਭਜਨ ਸਿੰਘ ਜੀ ਇਹ ਸਕੱਤਰ ਸਨ। ਔਰ ਇਸੇ ਤਰ੍ਹਾਂ ਹੀ ਮਾਸਟਰ ਤਾਰਾ ਸਿੰਘ ਜੀ ਦੇ ਹਥਿਆਰ ਜਿਹੜੇ ਸੀ ਉਹ ਵੀ ਪੁਲਿਸ ਨੇ ਉਹਨਾਂ ਤੋਂ ਖੋਹ ਲਏ ਸਨ। ਔਰ ਹੋਰ ਵੀ ਹਥਿਆਰ ਜਿਹੜੇ ਸੀ ਉਹ ਜ਼ਬਤ ਕੀਤੇ ਗਏ। 4 ਜੁਲਾਈ ਦੇ ਤੜਕੇ ਜਿਹੜਾ ਅੱਜ ਦਾ ਦਿਹਾੜਾ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੰਗਤ ਜੀ ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਫੌਜਾਂ ਨੇ ਹਮਲਾ ਕੀਤਾ ਔਰ ਜੋੜਿਆਂ ਸਣੇ ਜੁੱਤੀਆਂ ਸਣੇ ਪਰਿਕਰਮਾ ਦੇ ਵਿੱਚ ਦਾਖਲ ਹੋਏ। ਸ਼ਾਂਤਮਈ ਮੋਰਚੇ ਤੇ ਬੈਠੇ ਹੋਏ ਸਿੱਖਾਂ ਦੇ ਉੱਤੇ ਇਹਨਾਂ ਨੇ ਅਥਰੂ ਗੈਸ ਤੇ ਗੋਲੇ ਛੱਡੇ, ਮਾਰ ਕੁਟਾਈ ਕੀਤੀ ਔਰ ਗੁਰਦੁਆਰਾ ਮੰਜੀ ਸਾਹਿਬ ਉਸ ਵੇਲੇ ਪਰਲੇ ਪਾਸੇ ਸੀ ਜਿੱਥੇ ਪਹਿਲਾਂ ਕਾਰਖਾਨਾ ਹੁੰਦਾ ਸੀ। ਜਿਹੜੇ ਪੁਰਾਣੇ ਪ੍ਰੇਮੀ ਇੱਥੇ ਆਉਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੋਵੇਗੀ। ਇਹ ਬਾਅਦ ਵਿੱਚ ਮਹਾਂਪੁਰਖਾਂ ਵੱਲੋਂ ਸੇਵਾ ਕਰਵਾਈ ਗਈ ਹੈ ਵੱਡੇ ਹਾਲ ਦੀ। ਉੱਥੇ ਬੇਅੰਤ ਸਿੱਖ ਸੰਗਤਾਂ ਜੁੜੀਆਂ ਸਨ, ਉਹਨਾਂ ਤੇ ਵੀ ਅਥਰੂ ਗੈਸ ਸੁੱਟੇ ਗਏ, ਉਹਨਾਂ ਦੀ ਮਾਰ ਕੁਟਾਈ ਕੀਤੀ ਗਈ ਔਰ ਕਈ ਵਿਦਵਾਨਾਂ ਨੇ 200 ਦੇ ਲਗਭਗ ਸ਼ਹੀਦਾਂ ਦੀ ਗਿਣਤੀ ਦੱਸੀ ਹੈ। ਸੰਗਤ ਜੀ ਕਈਆਂ ਨੇ ਘੱਟ ਵੀ ਦੱਸੀ ਹੈ। ਰਹੋ ਵਿਚਾਰ 4 ਜੁਲਾਈ 1955 ਨੂੰ ਇਹ ਸ਼ਹੀਦੀ ਸਾਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਾਪਰਦਾ ਹੈ। ਉਹਨਾਂ ਸ਼ਹੀਦਾਂ ਦੀ ਯਾਦ ਨੂੰ ਅੱਜ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਜੀ ਬੜੀ ਭਾਵਨਾ ਦੇ ਸਹਿਤ ਮਨਾਇਆ ਜਾ ਰਿਹਾ ਹੈ। ਬਾਅਦ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਵੀ ਲੱਗਾ, ਉਹਦੇ ਵਿੱਚ ਬੇਅੰਤ ਗ੍ਰਿਫਤਾਰੀਆਂ ਵੀ ਹੋਈਆਂ।
ਫਿਰ ਸਰਕਾਰ ਨੂੰ ਝੁਕਣਾ ਵੀ ਪਿਆ। ਪੰਜਾਬੀ ਸੂਬਾ ਦਿੱਤਾ ਵੀ, ਪਰ ਛੋਟਾ ਜਿਹਾ ਦੇ ਦਿੱਤਾ। ਸਤਿਗੁਰੂ ਰਹਿਮਤ ਕਰਨ ਅੱਜ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਜੁੜ ਬੈਠੇ ਹਾਂ ਜਿਨ੍ਹਾਂ ਨੇ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰਦੁਆਰਾ ਮੰਜੀ ਸਾਹਿਬ, ਦੀਵਾਨ ਹਾਲ ਵਿਖੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਪੰਜਾਬੀ ਸੂਬੇ ਵਾਸਤੇ ਉਹਨਾਂ ਦੀ ਯਾਦ ਸੰਗਤ ਜੀ 9:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ। ਉਪਰੰਤ ਦੀਵਾਨ ਵੀ ਸੱਜਣਗੇ। ਆਓ ਪਿਆਰ ਸਹਿਤ ਲੜੀਵਾਰ ਕਥਾ ਜੋ ਰਾਮਕਲੀ ਰਾਗ ਵਿੱਚ ਚੱਲ ਰਹੀ ਹੈ ਆਪਾਂ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪਹਿਲਾ। ਜਾ ਹਰ ਪ੍ਰਭ ਕਿਰਪਾ ਧਾਰੀ। ਰਾਮਕਲੀ ਰਾਗ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 879 ਦੇ ਉੱਤੇ ਸੰਗਤ ਜੀ ਇਹ ਕਥਾ ਲੜੀਵਾਰ ਚੱਲ ਰਹੀ ਹੈ। ਜਾ ਹਰ ਪ੍ਰਭ ਕਿਰਪਾ ਧਾਰੀ। ਜਦੋਂ ਹਰੇ ਭਰੇ ਕਰਨ ਵਾਲੇ ਪ੍ਰਭੂ ਨੇ ਕਿਰਪਾ ਕੀਤੀ ਤਾ ਹਉਮੈ ਵਿੱਚ ਹੋ ਮਾਰੀ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸ ਜੀਵ ਨੇ ਆਪਣੇ ਅੰਦਰੋਂ ਹੰਗਤਾ ਮਮਤਾ ਨੂੰ ਮਾਰ ਦਿੱਤਾ। ਸੋ ਸੇਵਕ RAM ਪਿਆਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਸੇਵਕ ਦਾਸੀ ਹੈ। ਕੱਕੇ ਨੂੰ ਸਿਹਾਰੀ ਲੱਗਣ ਕਰਕੇ ਇਹਦਾ ਵਿਦਵਾਨਾਂ ਨੇ ਅਰਥ ਕੀਤਾ ਹੈ ਦਾਸੀ, ਔਰ ਕਈ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ ਸੋ ਸੇਵਕ RAM ਪਿਆਰੀ। ਉਹ ਸੇਵਕ ਦੀ ਕੀਤੀ ਹੋਈ ਸੇਵਾ ਜਿਹੜੀ ਹੈ ਉਹ RAM ਰਮੇ ਹੋਏ RAM ਪਰਮੇਸ਼ਰ ਨੂੰ ਪਿਆਰੀ ਲੱਗੀ। ਜੋ ਗੁਰ ਸ਼ਬਦੀ ਵਿਚਾਰੀ। ਜਿਹੜੇ ਗੁਰੂ ਸ਼ਬਦ ਦੀ ਰਾਹੀਂ ਪਰਮੇਸ਼ਰ ਦੀ ਵਿਚਾਰੀ ਵਿਚਾਰ ਕਰਦੇ ਨੇ, ਜਿਹੜੀਆਂ ਜੀਵ ਇਸਤਰੀਆਂ ਵਿਚਾਰ ਕਰਦੀਆਂ ਭਾਈ ਉਹਨਾਂ ਦੀ ਸੇਵਾ ਉਸ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸੋ ਹਰ ਜਨ ਹਰ ਪ੍ਰਭ ਭਾਵੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਹਰੀ ਦੇ ਦਾਸ ਹਰੀ ਪ੍ਰਭੂ ਨੂੰ ਭਾਵੇਂ ਚੰਗੇ ਲੱਗਦੇ ਨੇ। ਅਹਨਿਸ ਭਗਤ ਕਰੇ ਦਿਨ ਰਾਤੀ। ਜਿਹੜੇ ਦਿਨ ਰਾਤ ਅਹਨਿਸ ਲਗਾਤਾਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਨੇ। ਲਾਜ ਛੋੜ ਹਰ ਕੇ ਗੁਣ ਗਾਵੈ। ਜਿਹੜੇ ਲੋਕਾਂ ਦੀ ਲਾਜ ਸ਼ਰਮ ਨੂੰ ਛੱਡ ਕਰਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ। ਕਈ ਵਾਰ ਬੰਦਾ ਸ਼ਰਮ ਕਰਦਾ ਹੈ ਕਿ ਜੇ ਮੈਂ ਵਾਹਿਗੁਰੂ ਦੇ ਗੁਣ ਗਾਉਣ ਲੱਗ ਪਿਆ, ਜੇ ਮੈਂ ਬਾਣੀ ਪੜ੍ਹਨ ਲੱਗ ਪਿਆ ਤੇ ਲੋਕੀ ਮੈਨੂੰ ਕੀ ਆਖਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਧੰਨਤਾ ਦੇ ਯੋਗ ਨੇ ਜਿਹੜੇ ਲੋਕਾਂ ਦੀ ਲਾਜ ਛੱਡ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ। ਧੁਨ ਵਾਜੇ ਅਨਹਦ ਘੂਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਅੰਦਰ ਇੱਕ ਰਸ ਹੱਦ ਤੋਂ ਰਹਿਤ, ਸੋ ਘੋਰਾ ਗੰਭੀਰ ਵਾਜਿਆਂ ਦੀ ਧੁਨੀ ਵੱਜਦੀ ਪ੍ਰਗਟ ਹੁੰਦੀ ਹੈ। ਮਨ ਮਾਨਿਆ ਹਰ ਰਸ ਮੋਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਮਾਨਿਆ ਰਸ ਮੋਰਾ। ਉਹਨਾਂ ਦਾ ਮਨ ਹਰੀ ਦੇ ਪ੍ਰੇਮ ਵਿੱਚ ਮੰਨ ਜਾਂਦਾ ਹੈ। ਅਥਵਾ ਮੇਰਾ ਮਨ ਹਰੀ ਦੇ ਨਾਮ ਰਸ ਵਿੱਚ ਮੰਨ ਗਿਆ। ਗੁਰ ਪੂਰਾ ਸੱਚ ਸਮਾਇਆ। ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਸੱਚੇ ਵਾਹਿਗੁਰੂ ਵਿੱਚ ਅਭੇਦ ਕਰ ਦਿੱਤਾ। ਗੁਰ ਆਦ ਪੁਰਖ ਹਰ ਪਾਇਆ। ਗੁਰੂ ਨੇ ਆਦ ਪੁਰਖ ਜੋ ਮੁੱਢ ਸਰੂਪ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਕਰਵਾ ਦਿੱਤੀ। ਸਭ ਨਾਦ ਵੇਦ ਗੁਰ ਬਾਣੀ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਬਾਣੀ ਵਿੱਚ ਭਾਈ ਸਾਰੇ ਨਾਦ ਅਤੇ ਵੇਦ, ਸਾਰੇ ਵੇਦਾਂ ਦਾ ਸਿਧਾਂਤ ਹੈ, ਔਰ ਇਸੇ ਤਰ੍ਹਾਂ ਹੀ ਸਾਰੇ ਨਾਦ ਆਦਿਕ ਨੇ। ਮਨ ਰਾਤਾ ਸਾਰਿਗ ਪਾਣੀ। ਸਾਰੰਗ ਪਾਣੀ ਕਹਿੰਦੇ ਪਰਮੇਸ਼ਰ ਨੂੰ, ਜਿਹਨੇ ਆਪਣੇ ਹੱਥ ਵਿੱਚ ਸਾਰੰਗ ਨਾਮ ਧਨਕ ਦਾ ਹੈ ਤੇ ਪਾਣੀ ਨਾਮ ਸੰਗਤ ਜੀ ਹੱਥਾਂ ਦਾ ਹੈ।
ਜਿਸ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਸਾਰੰਗ ਧਨਕ ਫਗੜਿਆ ਹੋਇਆ ਹੈ, ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਮੇਰਾ ਮਨ ਤਦਾਕਾਰ ਹੋ ਗਿਆ। ਤਹ ਤੀਰਥ ਵਰਤ ਤਪ ਸਾਰੇ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਬਾਣੀ ਪੜਨ ਵਾਲੇ ਨੂੰ ਤੋ ਉੱਥੇ ਸਾਰੇ ਤੀਰਥ ਵਰਤ ਤਪ ਆਦਿਕ ਜਿਹੜੇ ਉਹਨੂੰ ਪ੍ਰਾਪਤ ਹੁੰਦੇ ਨੇ। ਗੁਰ ਮਿਲਿਆ ਹਰ ਨਿਸਤਾਰੇ। ਜਿਨ੍ਹਾਂ ਨੂੰ ਗੁਰੂ ਸ਼ਬਦ ਦਾ ਮਿਲਾਪ ਹੋ ਗਿਆ ਭਾਈ ਹਰੀ, ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ। ਜਹ ਆਪ ਗਿਆ ਪਉ ਭਾਗਾ। ਜਿਨ੍ਹਾਂ ਦੇ ਅੰਦਰੋਂ ਆਪਾ ਭਾਵ ਚਲਾ ਗਿਆ, ਉਹਨਾਂ ਦਾ ਜਮਾਂ ਦਾ ਡਰ, ਵਿਕਾਰਾਂ ਦਾ ਡਰ ਨਿਵਰਤ ਹੋ ਗਿਆ। ਗੁਰ ਚਰਨੀ ਸੇਵਕ ਲਾਗਾ। ਉਹ ਸੇਵਕ ਬਣ ਕੇ ਗੁਰੂ ਦੇ ਚਰਨਾਂ ਨਾਲ ਜੁੜ ਗਏ। ਗੁਰ ਸਤਿਗੁਰ ਭਰਮ ਚੁਕਾਇਆ। ਪੂਜਨੀਕ ਸਤਿਗੁਰੂ ਜੀ ਨੇ ਉਹਨਾਂ ਦੇ ਅੰਦਰੋਂ ਭਰਮ, ਜਿਹੜਾ 5 ਪ੍ਰਕਾਰ ਦਾ ਭਰਮ ਸੀ ਨਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਇਤਰ ਜਗ ਸੱਚ ਹੈ, ਪੰਚੋ ਭਰਮ ਨਿਰਵਾਰ, ਇਹ 5 ਪ੍ਰਕਾਰ ਦਾ ਜਿਹੜਾ ਭਰਮ ਸੀ ਚੁਕਾ ਦਿੱਤਾ। ਕਹੋ ਨਾਨਕ ਸ਼ਬਦ ਮਿਲਾਇਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਉਹਨਾਂ ਨੂੰ ਸ਼ਬਦ ਵਿੱਚ ਮਿਲਾ ਦਿੱਤਾ। ਸ਼ਬਦ ਦਾ ਅਰਥ ਉਪਦੇਸ਼ ਵੀ ਹੈ, ਸ਼ਬਦ ਦਾ ਅਰਥ ਸੰਗਤ ਜੀ ਬ੍ਰਹਮ ਵੀ ਹੈ, ਤੇ ਸ਼ਬਦ ਦਾ ਅਰਥ ਆਸਾ ਦੀ ਵਾਰ ਵਿੱਚ ਧਰਮ ਵੀ ਆਇਆ ਹੈ। ਸ਼ਬਦ ਦੇ ਕਈ ਅਰਥ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਬ੍ਰਹਮ ਦੇ ਨਾਲ ਇੱਕ ਮਿਕ ਕਰ ਦਿੱਤਾ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਅੱਜ ਦਾ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਗੁਰੂ ਕੀ ਬਾਣੀ ਨਾਲ ਜੁੜੀਏ, ਵਿਚਾਰ ਵਿਚਾਰ ਕੇ ਗੁਰੂ ਕੀ ਬਾਣੀ ਪੜ੍ਹਿਆ ਕਰੀਏ, ਹਿਰਦੇ ਵਿੱਚ ਵਸਾਈਏ। ਫਿਰ ਆਪਾਂ ਨੂੰ ਵੀ ਸੰਗਤ ਜੀ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ, ਸਾਰੇ ਵਰਤ ਰੱਖਣ ਦਾ ਫਲ, ਸਾਰੇ ਤਪ ਆਦਿ ਕਰਨ ਦਾ ਫਲ ਜਿਹੜਾ ਹੈ ਉਹ ਗੁਰੂ ਕੀ ਬਾਣੀ ਪੜ੍ਹਿਆ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। 4 ਜੁਲਾਈ 1955 ਦੇ ਸ਼ਹੀਦਾਂ ਨੂੰ ਵਾਰ-ਵਾਰ ਸ਼ਰਧਾ ਅਤੇ ਸਤਿਕਾਰ ਸੰਗਤ ਜੀ ਅੱਜ ਭੇਟ ਕੀਤਾ ਜਾਣਾ ਹੈ। ਆਪਾਂ ਵੀ ਸਾਰਿਆਂ ਨੇ ਹਾਜ਼ਰੀ ਲਵਾਉਣੀ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਜਹ ਆਪ ਗਿਆ ਪਉ ਭਾਗਾ। ਗੁਰ ਚਰਨੀ ਸੇਵਕ ਲਾਗਾ। ਗੁਰ ਸਤਿਗੁਰ ਭਰਮ ਚੁਕਾਇਆ। ਕਹੋ ਨਾਨਕ ਸ਼ਬਦ ਮਿਲਾਇਆ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।